ਸਹਿਜੇ ਦੁਬਦਾ ਤਨ ਕੀ ਨਾਸੀ। ਤਾਂ ਵੀ ਆਤਮਕ ਅਡੋਲਤਾ ਵਿੱਚ ਟਿਕੇ ਰਹਿਣ ਕਰਕੇ ਉਸਦੇ ਹਿਰਦੇ ਵਿੱਚੋਂ ਮੇਰ ਤੇਰ ਦੂਰ ਹੋ ਜਾਂਦੀ ਹੈ ਜੀ। ਜਾਂ ਕਹਿ ਸਹਿਜ ਮਨ ਭਿਆ ਆਨੰਦ। ਆਤਮਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਜੀ, ਤਾਂ ਕਹੋ ਭੇਟਿਆ ਪਰਮਾਨੰਦ। ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ ਹੈ ਜੀ। ਸਹਿਜੇ ਅੰਮ੍ਰਿਤ ਪੀਓ ਨਾਮ। ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਕੇ ਨਾਮ ਅੰਮ੍ਰਿਤ ਪੀਂਦਾ ਰਹਿੰਦਾ ਹੈ ਜੀ। ਸਹਿਜੇ ਕੀਨੋ ਜੀ ਕੋ ਦਾਨ। ਇਸ ਆਤਮਕ ਅਡੋਲਤਾ ਦੀ ਬਰਕਤ ਨਾਲ ਉਹ ਹੋਰਨਾਂ ਨੂੰ ਵੀ ਆਤਮਕ ਜੀਵਨ ਦੀ ਦਾਤ ਦਿੰਦਾ ਹੈ ਜੀ। ਸਹਿਜ ਕਥਾ ਮਹਿ ਆਤਮ ਰਸਿਆ। ਆਤਮਕ ਅਡੋਲਤਾ ਪੈਦਾ ਕਰਨ ਵਾਲੀਆਂ ਪ੍ਰਭੂ ਜੀ ਦੀਆਂ ਸਿਫਤਾਂ ਸਲਾਹਾਂ ਦੀਆਂ ਗੱਲਾਂ ਵਿੱਚ ਉਸ ਦੀ ਜਿੰਦ ਰਚੀ ਮਿਚੀ ਰਹਿੰਦੀ ਹੈ ਜੀ। ਤਾਂ ਕਹਿ ਸੰਗ ਅਵਨਾਚੀ ਵਸਿਆ। ਉਸਦੇ ਹਿਰਦੇ ਵਿੱਚ ਅਵਨਾਚੀ ਪਰਮਾਤਮਾ ਆ ਵਸਦਾ ਹੈ ਜੀ। ਸਹਿਜੇ ਆਸਣ ਅਸਥਿਰ ਭਾਇਆ। ਆਤਮਕ ਅਡੋਲਤਾ ਵਿੱਚ ਉਸ ਦਾ ਸਦਾ ਟਿਕਮਾ ਟਿਕਾਣਾ ਬਣਿਆ ਰਹਿੰਦਾ ਹੈ ਤੇ ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ ਹੈ ਜੀ। ਸਹਿਜੇ ਅਨਹਤ ਸ਼ਬਦ ਬਜਾਇਆ। ਆਤਮਕ ਅਡੋਲਤਾ ਵਿੱਚ ਟਿਕ ਕੇ ਹੀ ਉਹ ਆਪਣੇ ਅੰਦਰ ਇੱਕ ਰਸ ਸਿਫਤ ਸਲਾਹ ਦੀ ਬਾਣੀ ਪ੍ਰਵੱਲ ਕਰੀ ਰੱਖਦਾ ਹੈ ਜੀ। ਸਹਿਜੇ ਰੁਣ ਚੁਣਕਾਰ ਸੁਹਾਇਆ। ਆਤਮਕ ਅਡੋਲਤਾ ਦੇ ਕਾਰਨ ਹੀ ਉਸ ਦੇ ਅੰਦਰ ਆਤਮਕ ਆਨੰਦ ਦੀ ਇੱਕ ਰਸ ਰੋਂ ਸੁਹਾਵਣੀ ਬਣੀ ਰਹਿੰਦੀ ਹੈ ਜੀ। ਤਾਂ ਕਹਿ ਘਰ ਪਾਰ ਬ੍ਰਹਮ ਸਮਾਇਆ। ਉਹਦੇ ਹਿਰਦੇ ਵਿੱਚ ਪਰਮਾਤਮਾ ਸਦਾ ਪ੍ਰਗਟ ਰਹਿੰਦਾ ਹੈ ਜੀ। ਸਹਿਜੇ ਜਾਂ ਕੋ ਪਰਿਓ ਕਰਮ। ਜਿਸ ਮਨੁੱਖ ਉੱਤੇ ਪਰਮਾਤਮਾ ਜੀ ਦੀ ਕਿਰਪਾ ਹੁੰਦੀ ਹੈ ਉਹ ਆਤਮਕ ਅਡੋਲਤਾ ਵਿੱਚ ਟਿਕਦਾ ਹੈ ਜੀ। ਸਹਿਜੇ ਗੁਰ ਭੇਟਿਓ ਸਚ ਧਰਮਾ। ਉਸ ਨੂੰ ਗੁਰੂ ਮਿਲਦਾ ਹੈ ਤੇ ਸਦਾ ਥਿਰ ਨਾਮ ਦੇ ਸਿਮਰਨ ਨੂੰ ਉਹ ਆਪਣਾ ਧਰਮ ਬਣਾ ਲੈਂਦਾ ਹੈ ਜੀ। ਜਾਂ ਕਹਿ ਸਹਿਜ ਭਇਆ ਸੋ ਜਾਣੇ। ਪਰ ਇਹ ਸਹਿਜ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਜਿਸ ਮਨੁੱਖ ਦੇ ਅੰਦਰ ਇਹ ਆਤਮਕ ਅਡੋਲਤਾ ਪੈਦਾ ਹੁੰਦੀ ਹੈ ਉਹੀ ਮਨੁੱਖ ਉਸ ਨੂੰ ਸਮਝ ਸਕਦਾ ਹੈ ਜੀ। ਨਾਨਕ ਦਾਸ ਤਾਂ ਕਹਿ ਕੁਰਬਾਨੇ। ਦਾਸ ਨਾਨਕ ਉਸ ਬੜਭਾਗੀ ਮਨੁੱਖ ਤੋਂ ਕੁਰਬਾਨ ਜਾਂਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਜੀ। ਪ੍ਰਿਥਮੇ ਗਰਭ ਬਾਸ ਤੇ ਟਰਿਆ। ਜੀਵ ਪਹਿਲਾਂ ਮਾਂ ਦੇ ਪੇਟ ਵਿੱਚ ਬਸਣ ਤੋਂ ਖਲਾਸੀ ਹਾਸਲ ਕਰਦਾ ਹੈ ਜੀ। ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ। ਜਗਤ ਵਿੱਚ ਜਨਮ ਲੈ ਕੇ ਫਿਰ ਸਹਿਜੇ ਸਹਿਜੇ ਜਵਾਨੀ 'ਤੇ ਪਹੁੰਚ ਕੇ ਪੁੱਤਰ ਇਸਤਰੀ ਆਦਿਕ ਪਰਿਵਾਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਜੀ। ਭੋਜਨ ਅਨੇਕ ਪ੍ਰਕਾਰ ਬਹੁ ਕਪਰੈ। ਸਰ ਪਰ ਗਬਨ ਕਰੇਂਗੇ ਬਪੁਰੇ। ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮ ਦੇ ਕੱਪੜੇ ਪਹਿਨਦਾ ਹੈ। ਸਾਰੀ ਉਮਰ ਇਹਨਾਂ ਰੰਗਾਂ ਵਿੱਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ। ਪਰ ਅਜਿਹੇ ਬੰਦੇ ਵੀ ਜ਼ਰੂਰ ਯਤੀਮਾਂ ਵਾਂਗ ਹੀ ਜਗਤ ਤੋਂ ਕੂਚ ਕਰ ਜਾਣਗੇ ਜੀ। ਕਬਨ ਅਸਥਾਨ ਜੋ ਕਬਹੂ ਨਾ ਟਰੈ। ਉਹ ਕਿਹੜਾ ਥਾਂ ਹੈ ਜਿਹੜਾ ਸਦਾ ਅਟਲ ਰਹਿੰਦਾ ਹੈ ਜੀ। ਕਬਨ ਸ਼ਬਦ ਜਿਤ ਦੁਰਮਤ ਹਰੇ। ਰਹਾਉ। ਉਹ ਕਿਹੜਾ ਸ਼ਬਦ ਹੈ ਜਿਸ ਦੀ ਬਰਕਤ ਨਾਲ ਮਨੁੱਖ ਦੀ ਖੋਟੀ ਮਤ ਦੂਰ ਹੋ ਜਾਂਦੀ ਹੈ ਜੀ। ਇੰਦਰਪੁਰੀ ਮਹਿ ਸਰ ਪਰ ਮਰਨਾ। ਹੋਰਨਾਂ ਦੀ ਤਾਂ ਗੱਲ ਹੀ ਕੀ ਹੈ, ਇੰਦਰਪੁਰੀ ਵਿੱਚ ਵੀ ਮੌਤ ਜ਼ਰੂਰ ਆ ਜਾਂਦੀ ਹੈ ਜੀ। ਬ੍ਰਹਮਪੁਰੀ ਨਿਸ਼ਚਲ ਨਹੀਂ ਰਹਿਣਾ। ਬ੍ਰਹਮਾ ਦੀ ਪੁਰੀ ਵੀ ਸਦਾ ਟਲ ਨਹੀਂ ਰਹਿ ਸਕਦੀ ਜੀ। ਸ਼ਿਵਪੁਰੀ ਕਾ ਹੋਏਗਾ ਕਾਲਾ। ਸ਼ਿਵ ਦੀ ਪੁਰੀ ਦਾ ਵੀ ਨਾਸ ਹੋ ਜਾਏਗਾ ਜੀ। ਤ੍ਰੈ ਗੁਣ ਮਾਇਆ ਬਿਨਸ ਬਿਤਾਲਾ। ਪਰ ਜਗਤ ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ਜੀ। ਗਿਰ ਤਰ ਧਰਨ ਗਗਨ ਅਰ ਤਾਰੇ। ਪਹਾੜ ਰੁੱਖ ਧਰਤੀ ਆਕਾਸ਼ ਅਤੇ ਤਾਰੇ ਜੀ। ਰਬ ਸਸ ਪਵਨ ਪਾਵਕ ਨੀਰਾਰੇ। ਸੂਰਜ ਚੰਦ ਹਵਾ ਅੱਗ ਪਾਣੀ ਦਿਨ ਤੇ ਰਾਤ ਜੀ। ਦਿਨ ਸਰੈਣ ਵਰਤ ਅਰ ਭੇਦਾ। ਵਰਤ ਆਦਿਕ ਵੱਖ ਵੱਖ ਕਿਸਮ ਦੀਆਂ ਮਰਜ਼ਾਦਾਂ ਜੀ। ਸ਼ਾਸਤ ਸਿਮਰਤ ਬਿਨਸਹਿ ਗੇ ਬੇਦਾ। ਵੇਦ ਸਿਮਰਤੀਆਂ ਸ਼ਾਸਤਰ ਇਹ ਸਭ ਕੁਝ ਆਖਰ ਨਾਸ ਹੋ ਜਾਣਗੇ ਜੀ।
ਤੀਰਥ ਦੇਵ ਦਿਹੁਰਾ ਪੋਥੀ। ਤੀਰਥ ਦੇਵਤੇ ਮੰਦਰ ਧਰਮ ਪੁਸਤਕਾਂ ਜੀ। ਮਾਲਾ ਤਿਲਕ ਸੋਚ ਪਾਕ ਹੋਤੀ। ਮਾਲਾ ਤਿਲਕ ਸੁੱਚੀ ਰਸੋਈ ਹਵਨ ਕਰਨ ਵਾਲੇ ਜੀ। ਧੋਤੀ ਡੰਡੋਤ ਪ੍ਰਸਾਦਨ ਭੋਗਾ। ਨੇਤੀ ਧੋਤੀ ਤੇ ਡੰਡੋਤ ਨਮਸਕਾਰਾਂ ਜੀ। ਗਬਨ ਕਰੇਗੋ ਸਗਲੋ ਲੋਗਾ। ਦੂਜੇ ਪਾਸੇ ਮਹਿਲਾਂ ਦੇ ਭੋਗ ਬਿਲਾਸ ਸਾਰਾ ਜਗਤ ਹੀ ਆਖਰ ਕੂਚ ਕਰ ਜਾਏਗਾ ਜੀ। ਜਾਤ ਵਰਨ ਤੁਰਕ ਅਰ ਹਿੰਦੂ। ਵੱਖ-ਵੱਖ ਜਾਤਾਂ ਬ੍ਰਾਹਮਣ ਖੱਤਰੀ ਆਦਿਕ ਵਰਨ ਮੁਸਲਮਾਨ ਅਤੇ ਹਿੰਦੂ ਜੀ। ਪਛ ਪੰਖੀ ਅਨੇਕ ਜੋਨ ਜਿੰਦੂ। ਪਸ਼ੂ ਪੰਛੀ ਅਨੇਕਾਂ ਜੂਨਾਂ ਦੇ ਜੀਵ ਜੀ। ਸਗਲ ਭਾਸਾਰ ਦਿਸੇ ਭਾਸਾਰਾ। ਇਹ ਸਾਰਾ ਜਗਤ ਖਲਾਰਾ ਜੋ ਦਿਸ ਰਿਹਾ ਹੈ ਜੀ। ਬਿਨਸ ਜਾਏਗੋ ਸਗਲ ਆਕਾਰਾ। ਇਹ ਸਾਰਾ ਦ੍ਰਿਸ਼ਟਮਾਨ ਸੰਸਾਰ ਆਖਰ ਨਾਸ ਹੋ ਜਾਏਗਾ ਜੀ। ਸਹਿਜ ਸਿਫਤ ਭਗਤ ਤਤ ਗਿਆਨਾ। ਪਰ ਉਹ ਉੱਚੀ ਆਤਮਿਕ ਅਵਸਥਾ ਥਾਂ ਸਦਾ ਕਾਇਮ ਰਹਿਣ ਵਾਲੀ ਹੈ, ਅਟਲ ਹੈ ਜੀ। ਸਦਾ ਆਨੰਦ ਨਿਸ਼ਚਲ ਸੱਚ ਥਾਨਾ। ਤੇ ਉੱਥੇ ਸਦਾ ਹੀ ਆਨੰਦ ਵੀ ਹੈ, ਜਿੱਥੇ ਆਤਮਿਕ ਡੋਲਤਾ ਦੇਣ ਵਾਲੀ ਸਿਫਤ ਸਲਾਹ ਹੋ ਰਹੀ ਹੈ, ਜਿੱਥੇ ਭਗਤੀ ਹੋ ਰਹੀ ਹੈ ਜੀ। ਤਹਾਂ ਸੰਗਤ ਸਾਧ ਗੁਣ ਰਸੈ। ਜਿੱਥੇ ਜਗਤ ਦੇ ਮੂਲ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉੱਥੇ ਸਾਧ ਸੰਗਤ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ ਜੀ। ਅੰਨ ਪਉ ਨਗਰ ਤਹਾਂ ਸਦ ਵਸੈ। ਉੱਥੇ ਸਦਾ ਇੱਕ ਐਸਾ ਨਗਰ ਬਸਿਆ ਰਹਿੰਦਾ ਹੈ, ਜਿੱਥੇ ਕਿਸੇ ਕਿਸਮ ਦਾ ਕੋਈ ਡਰ ਪੋ ਨਹੀਂ ਸਕਦਾ ਜੀ। ਤਹਿ ਪਉ ਪਰਮਾ ਸੋਗ ਨਾ ਚਿੰਤਾ। ਉਸ ਉੱਚੀ ਆਤਮਿਕ ਅਵਸਥਾ ਥਾਂ ਵਿੱਚ ਕੋਈ ਡਰ, ਕੋਈ ਭਰਮ, ਕੋਈ ਗਮ, ਕੋਈ ਚਿੰਤਾ ਪੋ ਨਹੀਂ ਸਕਦੀ ਜੀ। ਆਵਣ ਜਾਵਣ ਮਿਰਤ ਨਾ ਹੋਤਾ। ਉੱਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉੱਥੇ ਆਤਮਿਕ ਮੌਤ ਨਹੀਂ ਹੁੰਦੀ ਜੀ। ਤਹਿ ਸਦਾ ਆਨੰਦ ਅਨਹਤ ਆਖਾਰੇ। ਉੱਥੇ ਸਦਾ ਇੱਕ ਰਸ ਆਤਮਿਕ ਆਨੰਦ ਦੇ ਮਾਨੋ ਅਖਾੜੇ ਲੱਗੇ ਰਹਿੰਦੇ ਹਨ ਜੀ। ਭਗਤ ਵਸਹਿ ਕੀਰਤਨ ਆਧਾਰੇ। ਉੱਥੇ ਭਗਤ ਜਨ ਪਰਮਾਤਮਾ ਦੀ ਸਿਫਤ ਸਲਾਹ ਦੇ ਆਸਰੇ ਵਸਦੇ ਹਨ ਜੀ। ਪਾਰ ਬ੍ਰਹਮ ਕਾ ਅੰਤ ਨਾ ਪਾਰ। ਜਿਸ ਪਰਮਾਤਮਾ ਜੀ ਦੀ ਇਹ ਰਚਨਾ ਰਚੀ ਹੋਈ ਹੈ, ਉਸ ਪਰਮਾਤਮਾ ਜੀ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ਜੀ। ਕੌਣ ਕਰੇ ਤਾਂ ਕਾ ਵਿਚਾਰ। ਜਗਤ ਵਿੱਚ ਕੋਈ ਐਸਾ ਮਨੁੱਖ ਨਹੀਂ ਹੈ ਜੋ ਉਸ ਦੇ ਗੁਣਾਂ ਦਾ ਅੰਤ ਪਾਉਣ ਦਾ ਵਿਚਾਰ ਕਰ ਸਕੇ ਜੀ। ਕਹੋ ਨਾਨਕ ਜਿਸ ਕਿਰਪਾ ਕਰੇ। ਹੇ ਨਾਨਕ, ਜਿਸ ਮਨੁੱਖ ਉੱਤੇ ਪਰਮਾਤਮਾ ਜੀ ਕਿਰਪਾ ਕਰਦਾ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਜੀ। ਨਿਸ਼ਚਲ ਥਾਨ ਸਾਧ ਸੰਗਤ ਤਰੈ। ਸਾਧ ਸੰਗਤ ਵਿੱਚ ਰਹਿ ਕੇ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ ਜੀ। ਜੋ ਇਸ ਮਾਰੇ ਸੋਈ ਸੂਰਾ। ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ, ਉਹੀ ਵਿਕਾਰਾਂ ਦੇ ਟਾਕਰੇ ਤੇ ਬਲੀ ਸੂਰਮਾ ਹੈ ਜੀ। ਜੋ ਇਸ ਮਾਰੇ ਸੋਈ ਪੂਰਾ। ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ ਜੀ। ਜੋ ਇਸ ਮਾਰੇ ਤਿਸੈ ਵਡਿਆਈ। ਜਿਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰ ਹਰ ਥਾਂ ਆਦਰ ਮਿਲਦਾ ਹੈ ਜੀ। ਜੋ ਇਸ ਮਾਰੇ ਤਿਸਕਾ ਦੁੱਖ ਜਾਈ। ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ, ਉਹ ਮਨੁੱਖ ਦਾ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ਜੀ। ਐਸਾ ਕੋਈ ਜੇ ਦੁਬਿਧਾ ਮਾਰ ਗਵਾਵੈ। ਜਗਤ ਵਿੱਚ ਅਜਿਹਾ ਕੋਈ ਬਿਰਲਾ ਮਨੁੱਖ ਹੈ, ਜਿਹੜਾ ਆਪਣੇ ਅੰਦਰੋਂ ਮੇਰ ਤੇਰ ਨੂੰ ਮਾਰ ਮੁਕਾਉਂਦਾ ਹੈ ਜੀ। ਇਸੇ ਮਾਰ ਰਾਜ ਜੋਗ ਕਮਾਵੈ ਰਹਾਓ। ਜਿਹੜਾ ਇਸ ਮੇਰ ਤੇਰ ਨੂੰ ਮਾਰ ਲੈਂਦਾ ਹੈ, ਉਹ ਗ੍ਰਸਥ ਵਿੱਚ ਰਹਿੰਦਾ ਹੋਇਆ ਵੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅਭਿਆਸੀ ਹੈ ਜੀ। ਜੋ ਇਸ ਮਾਰੇ ਤਿਸ ਕੋ ਭਉ ਨਾਹੀਂ। ਜਿਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਮੁਕਾਉਂਦਾ ਹੈ, ਉਸ ਨੂੰ ਦੁਨੀਆ ਦਾ ਕੋਈ ਡਰ ਪੋ ਨਹੀਂ ਸਕਦਾ ਜੀ। ਜੋ ਇਸ ਮਾਰੇ ਸੋ ਨਾਮ ਸਮਾਹੀ। ਜਿਹੜਾ ਮਨੁੱਖ ਇਸ ਨੂੰ ਮੁਕਾ ਲੈਂਦਾ ਹੈ, ਉਹ ਸਾਰੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ ਜੀ। ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁੱਝੈ। ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ, ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਜੀ। ਜੋ ਇਸ ਮਾਰੇ ਸੋ ਦਰਗਾਹ ਸਿੱਝੇ।
ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਪਰਮਾਤਮਾ ਜੀ ਦੀ ਦਰਗਾਹ ਵਿੱਚ ਕਾਮਯਾਬ ਹੋ ਜਾਂਦਾ ਹੈ ਜੀ। ਜੋ ਇਸ ਮਾਰੇ ਸੋ ਧਨਵੰਤਾ, ਜਿਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ ਉਹ ਨਾਮ ਧਨ ਦਾ ਮਾਲਕ ਬਣ ਜਾਂਦਾ ਹੈ ਜੀ। ਜੋ ਇਸ ਮਾਰੇ ਸੋ ਪਤਵੰਤਾ, ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਇੱਜ਼ਤ ਵਾਲਾ ਹੋ ਜਾਂਦਾ ਹੈ ਜੀ। ਜੋ ਇਸ ਮਾਰੇ ਸੋਈ ਜਤੀ, ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹੀ ਹੀ ਅਸਲੀ ਜਤੀ ਹੈ ਜੀ। ਜੋ ਇਸ ਮਾਰੇ ਤੇ ਸੋਵੇ ਗਤੀ, ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਸ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜੀ। ਜੋ ਇਸ ਮਾਰੇ ਤਿਸ ਕਾ ਆਇਆ ਗਨੀ, ਜਿਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਸਮਝਿਆ ਜਾਂਦਾ ਹੈ ਜੀ। ਜੋ ਇਸ ਮਾਰੇ ਸੋ ਨਿਸ਼ਚਲ ਧਨੀ, ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਮਾਇਆ ਦੇ ਹੱਲਿਆਂ ਦੇ ਟਾਕਰੇ ਤੋਂ ਅਡੋਰ ਰਹਿੰਦਾ ਹੈ, ਉਹੀ ਅਸਲ ਧਨਾੜ ਹੈ ਜੀ। ਜੋ ਇਸ ਮਾਰੇ ਸੋ ਬੜਭਾਗਾ, ਜਿਹੜਾ ਮਨੁੱਖ ਆਪਣੇ ਅੰਦਰੋਂ ਮੇਰ ਤੇਰ ਦੂਰ ਕਰ ਲੈਂਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ ਜੀ। ਜੋ ਇਸ ਮਾਰੇ ਸੋ ਅਨਦਿਨ ਜਾਗਾ, ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ਜੀ। ਜੋ ਇਸ ਮਾਰੇ ਸੋ ਜੀਵਨ ਮੁਕਤਾ, ਜਿਹੜਾ ਮਨੁੱਖ ਇਸ ਦੁਬਿਧਾ ਨੂੰ ਮੁਕਾ ਲੈਂਦਾ ਹੈ ਉਹ ਦੁਨੀਆ ਦੇ ਕਾਰ ਵਿਹਾਰ ਕਰਦਾ ਹੀ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ ਜੀ। ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ, ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਸ ਦੀ ਰਹਿਣੀ ਬਹਿਣੀ ਸਦਾ ਪਵਿੱਤਰ ਹੁੰਦੀ ਹੈ ਜੀ। ਜੋ ਇਸ ਮਾਰੇ ਸੋਈ ਸੋ ਗਿਆਨੀ, ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹੀ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ ਜੀ। ਜੋ ਇਸ ਮਾਰੇ ਸੋ ਸਹਿਜ ਧਿਆਨੀ, ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਸਦਾ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਜੀ। ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਪ ਕਰੇ, ਇਸ ਮੇਰ ਤੇਰ ਨੂੰ ਦੂਰ ਕਰਨ ਤੋਂ ਬਿਨਾਂ ਕੋਈ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਕਬੂਲ ਨਹੀਂ ਹੁੰਦਾ, ਭਾਵੇਂ ਉਹ ਕਰੋੜਾਂ ਜਪ ਤੇ ਕਰੋੜਾਂ ਤਪ ਆਦਿਕ ਕਰਮ ਕਰਦਾ ਰਹੇ ਜੀ। ਇਸ ਮਾਰੀ ਬਿਨ ਜਨਮ ਨਾ ਮਿਟੇ, ਦੁਬਿਧਾ ਨੂੰ ਮਿਟਾਉਣ ਤੋਂ ਬਿਨਾਂ ਮਨੁੱਖ ਦਾ ਜਨਮਾਂ ਦਾ ਗੇੜ ਮੁੱਕਦਾ ਨਹੀਂ ਜੀ। ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟੈ, ਮੇਰ ਤੇਰ ਨੂੰ ਮਿਟਾਉਣ ਤੋਂ ਬਿਨਾਂ ਜਮ ਤੋਂ ਖਲਾਸੀ ਨਹੀਂ ਹੁੰਦੀ ਜੀ। ਇਸ ਮਾਰੀ ਬਿਨ ਗਿਆਨ ਨਾ ਹੋਈ, ਦੁਬਿਧਾ ਦੂਰ ਕਰਨ ਤੋਂ ਬਿਨਾਂ ਮਨੁੱਖ ਦੀ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣ ਸਕਦੀ ਜੀ। ਇਸ ਮਾਰੀ ਬਿਨ ਝੂਠ ਨਾ ਧੋਈ, ਮੇਰ ਤੇਰ ਨੂੰ ਮਿਟਾਉਣ ਤੋਂ ਬਿਨਾਂ ਮਨ ਵਿੱਚੋਂ ਵਿਕਾਰਾਂ ਦੀ ਮੈਲ ਨਹੀਂ ਧੁੱਪਦੀ ਜੀ। ਇਸ ਮਾਰੀ ਬਿਨ ਸਭ ਕਿਛ ਮੈਲਾ, ਜਦ ਤੱਕ ਮਨੁੱਖ ਦੁਬਿਧਾ ਨੂੰ ਨਹੀਂ ਮੁਕਾਉਂਦਾ ਉਹ ਜੋ ਵੀ ਕੁਝ ਕਰਦਾ ਹੈ ਮਨ ਨੂੰ ਹੋਰ ਵਿਕਾਰੀ ਬਣਾਉਂਦਾ ਜਾਂਦਾ ਹੈ ਜੀ। ਇਸ ਮਾਰੀ ਬਿਨ ਸਭ ਕਿਛ ਜੌਲਾ, ਤੇ ਮੇਰ ਤੇਰ ਨੂੰ ਮਿਟਾਉਣ ਤੋਂ ਬਿਨਾਂ ਪਰਮਾਤਮਾ ਜੀ ਨਾਲੋਂ ਬਿੱਥ ਬਣਾਈ ਰੱਖਦਾ ਹੈ ਜੀ। ਜਾਂ ਕੋ ਭਏ ਕਿਰਪਾਲ ਕਿਰਪਾ ਨਿਧ, ਜਿਸ ਮਨੁੱਖ ਉੱਤੇ ਦਇਆ ਦਾ ਖਜ਼ਾਨਾ ਪਰਮਾਤਮਾ ਜੀ ਦਇਆਵਾਨ ਹੁੰਦਾ ਹੈ ਜੀ। ਤਿਸ ਭਈ ਖਲਾਸੀ ਹੋਈ ਸਗਲ ਸਿੱਧ, ਉਸ ਨੂੰ ਦੁਬਿਧਾ ਤੋਂ ਖਲਾਸੀ ਮਿਲ ਜਾਂਦੀ ਹੈ, ਉਸ ਨੂੰ ਜੀਵਨ ਵਿੱਚ ਪੂਰੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ ਜੀ। ਗੁਰ ਦੁਬਿਧਾ ਜਾਂ ਕੀ ਹੈ ਮਾਰੀ, ਗੁਰੂ ਜੀ ਨੇ ਜਿਸ ਮਨੁੱਖ ਦੇ ਅੰਦਰੋਂ ਮੇਰ ਤੇਰ ਦੂਰ ਕਰ ਦਿੱਤੀ ਜੀ। ਕਹੋ ਨਾਨਕ ਸੋ ਬ੍ਰਹਮ ਵਿਚਾਰੀ, ਇਹ ਨਾਨਕ ਉਹ ਪਰਮਾਤਮਾ ਜੀ ਦੇ ਗੁਣਾਂ ਦੀ ਵਿਚਾਰ ਕਰਨ ਜੋਗਾ ਹੋ ਗਿਆ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਜੀ। ਹਰ ਸਿਉ ਜੁਰੇ ਤਾਂ ਸਭ ਕੋ ਮੀਤ, ਜਦੋਂ ਮਨੁੱਖ ਪਰਮਾਤਮਾ ਜੀ ਨਾਲ ਪਿਆਰ ਪੈਦਾ ਕਰਦਾ ਹੈ ਤਾਂ ਉਸ ਨੂੰ ਹਰੇਕ ਮਨੁੱਖ ਆਪਣਾ ਮਿੱਤਰ ਦਿਸਦਾ ਹੈ ਜੀ। ਹਰ ਸਿਉ ਜੁਰੇ ਤਾਂ ਨਿਸ਼ਚਲ ਚੀਤ, ਜਦੋਂ ਮਨੁੱਖ ਪਰਮਾਤਮਾ ਜੀ ਨਾਲ ਜੁੜਦਾ ਹੈ ਤਦੋਂ ਉਸ ਦਾ ਚਿੱਤ ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੋਂ ਸਦਾ ਅਡੋ ਰਹਿੰਦਾ ਹੈ ਜੀ। ਹਰ ਸਿਉ ਜੁਰੈ ਨਾ ਵਿਆਪੈ ਕਾੜਾ, ਜਦੋਂ ਮਨੁੱਖ ਪਰਮਾਤਮਾ ਜੀ ਨਾਲ ਜੁੜਦਾ ਹੈ ਤਾਂ ਕੋਈ ਚਿੰਤਾ ਫਿਕਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦਾ ਜੀ। ਹਰ ਸਿਉ ਜੁਰੇ ਤਾਂ ਹੋਏ ਨਿਸਤਾਰਾ, ਜਦੋਂ ਮਨੁੱਖ ਪਰਮਾਤਮਾ ਜੀ ਨਾਲ ਜੁੜਦਾ ਹੈ ਇਸ ਸੰਸਾਰ ਸਮੁੰਦਰ ਵਿੱਚੋਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਜੀ। ਰੇ ਮਨ ਮੇਰੇ ਤੂੰ ਹਰ ਸਿਉ ਜੋਰ, ਇਹ ਮੇਰੇ ਮਨ ਤੂੰ ਆਪਣੀ ਪ੍ਰੀਤ ਪਰਮਾਤਮਾ ਜੀ ਨਾਲ ਬਣਾ ਜੀ। ਕਾਜ ਤੁਹਾਰੇ ਨਾਹੀਂ ਹੋਰ ਰਹਾਓ, ਪਰਮਾਤਮਾ ਜੀ ਨਾਲ ਪ੍ਰੀਤ ਬਣਾਉਣ ਤੋਂ ਬਿਨਾਂ ਕੋਈ ਹੋਰ ਉਦਮ ਤੇਰੇ ਕਿਸੇ ਕੰਮ ਨਹੀਂ ਆਵੇਗਾ ਜੀ।
ਵੱਡੇ ਵੱਡੇ ਜੋ ਦੁਨੀਆਦਾਰ ਜਗਤ ਵਿੱਚ ਜਿਹੜੇ ਵੱਡੇ ਵੱਡੇ ਜਾਇਦਾਦਾਂ ਵਾਲੇ ਹਨ ਜੀ, ਕਾਹੂ ਕਾਜ ਨਾਹੀਂ ਗਾਵਾਰ। ਉਹਨਾਂ ਮੂਰਖਾਂ ਦੀ ਕੋਈ ਜਾਇਦਾਦ ਆਤਮਿਕ ਜੀਵਨ ਦੇ ਰਸਤੇ ਵਿੱਚ ਉਹਨਾਂ ਦੇ ਕੰਮ ਨਹੀਂ ਆਉਂਦੀ ਜੀ। ਹਰ ਕਾ ਦਾਸ ਨੀਚ ਕੁਲ ਸੁਣ ਹੈ। ਦੂਜੇ ਪਾਸੇ ਪਰਮਾਤਮਾ ਜੀ ਦਾ ਭਗਤ ਨੀਵੀਂ ਕੁਲ ਵਿੱਚ ਵੀ ਜੰਮਿਆ ਹੋਇਆ ਹੋਵੇ ਜੀ, ਤਿਸ ਕੈ ਸੰਗ ਖਿਨ ਮਹਿ ਉਦਰਹਿ, ਤਾਂ ਵੀ ਲੋਕ ਉਸ ਦੀ ਸਿੱਖਿਆ ਸੁਣਦੇ ਹਨ ਅਤੇ ਉਸ ਦੀ ਸੰਗਤ ਵਿੱਚ ਰਹਿ ਕੇ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਇੱਕ ਪਲ ਵਿੱਚ ਬਚ ਨਿਕਲਦੇ ਹਨ ਜੀ। ਕੋਟ ਮੱਜਨ ਜਾਂ ਕੈ ਸੁਣ ਨਾਮ। ਜਿਸ ਪਰਮਾਤਮਾ ਜੀ ਦਾ ਨਾਮ ਸੁਣਨ ਵਿੱਚ ਕਰੋੜਾਂ ਤੀਰਥ ਇਸ਼ਨਾਨ ਆ ਜਾਂਦੇ ਹਨ ਜੀ। ਕੋਟ ਪੂਜਾ ਜਾਂ ਕੈ ਹੈ ਧਿਆਨ। ਜਿਸ ਪਰਮਾਤਮਾ ਜੀ ਦਾ ਧਿਆਨ ਧਰਨ ਵਿੱਚ ਕਰੋੜਾਂ ਦੇਵ ਪੂਜਾ ਆ ਜਾਂਦੀਆਂ ਹਨ ਜੀ। ਕੋਟ ਪੁੰਨ ਸੁਣ ਹਰ ਕੀ ਬਾਣੀ। ਜਿਸ ਪਰਮਾਤਮਾ ਜੀ ਦੀ ਸਿਫਤ ਸਲਾਹ ਦੀ ਬਾਣੀ ਸੁਣਨ ਵਿੱਚ ਕਰੋੜਾਂ ਪੁੰਨ ਹੋ ਜਾਂਦੇ ਹਨ ਜੀ। ਕੋਟ ਫਲਾਂ ਗੁਰ ਤੇ ਬਿਧ ਜਾਣੀ। ਗੁਰੂ ਜੀ ਪਾਸੋਂ ਉਸ ਪਰਮਾਤਮਾ ਨਾਲ ਮਿਲਾਪ ਦੀ ਵਿਧੀ ਸਿੱਖਿਆ, ਇਹ ਸਾਰੇ ਕਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ ਜੀ। ਮਨ ਆਪਣੇ ਮਹਿ ਫਿਰ ਚੇਤ। ਆਪਣੇ ਮਨ ਵਿੱਚ ਤੂੰ ਸਦਾ ਪਰਮਾਤਮਾ ਨੂੰ ਯਾਦ ਰੱਖ ਜੀ। ਬਿਨ ਸਜਾਹੇ ਮਾਇਆ ਕੇ ਹੇਤ। ਮਾਇਆ ਵਾਲੇ ਤੇਰੇ ਸਾਰੇ ਹੀ ਮੋਹ ਨਾਸ ਹੋ ਜਾਣਗੇ ਜੀ। ਹਰ ਅਵਿਨਾਸ਼ੀ ਤੁਮਰੈ ਸੰਗ। ਇਹ ਮੇਰੇ ਮਨ, ਉਹ ਕਦੇ ਨਾਸ ਨਾ ਹੋਣ ਵਾਲਾ ਪਰਮਾਤਮਾ ਸਦਾ ਤੇਰੇ ਨਾਲ ਵਸਦਾ ਹੈ ਜੀ। ਮਨ ਮੇਰੇ ਰਚ ਰਾਮ ਕੈ ਰੰਗ। ਤੂੰ ਉਸ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਸਦਾ ਜੁੜਿਆ ਰਹੋ ਜੀ। ਜਾਂ ਕੈ ਕਾਮ ਉਤਰੇ ਸਭ ਭੂਖ। ਜਿਸ ਦੀ ਸੇਵਾ ਭਗਤੀ ਵਿੱਚ ਲੱਗਿਆ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ ਜੀ। ਜਾਂ ਕੈ ਕਾਮਨਾ ਜੋ ਹੈ ਦੂਤ। ਤੇ ਉਸ ਦੀ ਸੇਵਾ ਭਗਤੀ ਵਿੱਚ ਲੱਗਿਆ ਜਮਦੂਤ ਤੱਕ ਵੀ ਨਹੀਂ ਸਕਦੇ ਜੀ। ਜਾਂ ਕੈ ਕਾਮ ਤੇਰਾ ਵੱਡ ਗਮਰ। ਜਿਸ ਦੀ ਸੇਵਾ ਭਗਤੀ ਦੀ ਬਰਕਤ ਨਾਲ ਤੇਰਾ ਹਰ ਥਾਂ ਵੱਡਾ ਤੇਜ ਪ੍ਰਤਾਪ ਬਣ ਸਕਦਾ ਹੈ ਜੀ। ਜਾਂ ਕੈ ਕਾਮ ਹੋਵੈ ਤੂੰ ਅਮਰ। ਤੇ ਉਸ ਦੀ ਸੇਵਾ ਭਗਤੀ ਵਿੱਚ ਲੱਗਿਆ ਤੂੰ ਸਦੀਵੀ ਆਤਮਿਕ ਜੀਵਨ ਵਾਲਾ ਬਣ ਸਕਦਾ ਹੈ ਜੀ। ਜਾਂ ਕੇ ਚਾਕਰ ਕਉ ਨਹੀਂ ਡਾਨ। ਜਿਸ ਪਰਮਾਤਮਾ ਜੀ ਦੇ ਸੇਵਕ ਭਗਤ ਨੂੰ ਕੋਈ ਦੁੱਖ ਕਲੇਸ਼ ਪੋ ਨਹੀਂ ਸਕਦਾ ਜੀ। ਜਾਂ ਕੇ ਚਾਕਰ ਕਉ ਨਹੀਂ ਬਾਨ। ਜਿਸ ਪਰਮਾਤਮਾ ਜੀ ਦੇ ਸੇਵਕ ਭਗਤ ਨੂੰ ਕੋਈ ਐਬ ਨਹੀਂ ਚੰਬੜ ਸਕਦਾ ਜੀ। ਜਾਂ ਕੈ ਦਫ਼ਤਰ ਪੁੱਛੇ ਨਾ ਲੇਖਾ। ਜਿਸ ਪਰਮਾਤਮਾ ਜੀ ਦੇ ਦਫ਼ਤਰ ਵਿੱਚ ਸੇਵਕ ਭਗਤ ਪਾਸੋਂ ਕੀਤੇ ਕਰਮਾਂ ਦਾ ਕੋਈ ਹਿਸਾਬ ਨਹੀਂ ਮੰਗਿਆ ਜਾਂਦਾ, ਕਿਉਂਕਿ ਸੇਵਾ ਭਗਤੀ ਦੀ ਬਰਕਤ ਨਾਲ ਉਸ ਪਾਸੋਂ ਕੋਈ ਕੁਕਰਮ ਹੁੰਦੇ ਹੀ ਨਹੀਂ ਜੀ। ਤਾਂ ਕੀ ਚਾਕਰੀ ਕਰੋ ਵਿਸੇਖਾ। ਉਸ ਪਰਮਾਤਮਾ ਦੀ ਸੇਵਾ ਭਗਤੀ ਉਚੇਚੇ ਤੌਰ ਤੇ ਕਰਦੇ ਰਹੋ ਜੀ। ਜਾਂ ਕੈ ਊਨ ਨਾਹੀਂ ਕਾਹੂ ਬਾਤ। ਹੇ ਮੇਰੇ ਮਨ, ਜਿਸ ਪਰਮਾਤਮਾ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਜੀ। ਏਕ ਹੈ ਆਪ ਅਨੇਕ ਹੈ ਭਾਂਤ। ਜਿਹੜਾ ਪਰਮਾਤਮਾ ਇੱਕ ਆਪ ਹੀ ਆਪ ਹੁੰਦਾ ਹੋਇਆ ਅਨੇਕਾਂ ਰੂਪਾਂ ਵਿੱਚ ਪ੍ਰਗਟ ਹੋ ਰਿਹਾ ਜੀ। ਜਾਂ ਕਿ ਦ੍ਰਿਸ਼ਟ ਹੋਏ ਸਦਾ ਨਿਹਾਲ। ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹਰੇਕ ਜੀਵ ਨਿਹਾਲ ਹੋ ਜਾਂਦਾ ਹੈ ਜੀ। ਮਨ ਮੇਰੇ ਕਰ ਤਾਂ ਕੀ ਘਾਲ। ਤੂੰ ਉਸ ਪਰਮਾਤਮਾ ਜੀ ਦੀ ਸੇਵਾ ਭਗਤੀ ਕਰ ਜੀ। ਨਾ ਕੋ ਚਤੁਰ ਨਾ ਹੀ ਕੋ ਮੂੜਾ। ਪਰ ਆਪਣੇ ਆਪ ਨਾ ਕੋਈ ਮਨੁੱਖ ਸਿਆਣਾ ਬਣ ਸਕਦਾ ਹੈ, ਨਾ ਹੀ ਕੋਈ ਮਨੁੱਖ ਆਪਣੀ ਮਰਜ਼ੀ ਨਾਲ ਮੂਰਖ ਟਿਕਿਆ ਰਹਿੰਦਾ ਹੈ ਜੀ। ਨਾ ਕੋ ਹੀਣ ਨਾ ਹੀ ਕੋ ਸੂਰਾ। ਨਾ ਹੀ ਕੋਈ ਨਿਤਾਣਾ ਹੈ ਤੇ ਨਾ ਹੀ ਕੋਈ ਸੂਰਮਾ ਹੈ ਜੀ।